ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਗਤ ਜੀ ਪ੍ਰਕਾਸ਼ ਪੁਰਬ ਹੈ ਜੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਕੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ। ਸਭ ਤੋਂ ਪਹਿਲਾਂ ਆਪ ਸਭ ਨੂੰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਅੱਜ ਅਸੀਂ ਇਹਨਾਂ ਦੇ ਹੀ ਜੀਵਨ ਦੇ ਵਿੱਚੋਂ ਕੁਝ ਮੁੱਖ ਘਟਨਾਵਾਂ ਦਾ ਜ਼ਿਕਰ ਕਰਾਂਗੇ ਤਾਂ ਕਿ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੇ ਜੀਵਨ ਨੂੰ ਜਾਣ ਸਕੀਏ। ਸੋ ਅੱਜ ਦੀ ਜੋ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਹੀ ਸਮਰਪਿਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਸਰਬੰਸ ਦਾਨੀ ਕਿਹਾ ਜਾਂਦਾ ਹੈ, ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉਹਨਾਂ ਨੇ ਹੱਕ, ਸੱਚ ਅਤੇ ਮਾਨਵਤਾ ਦੀ ਖਾਤਰ ਪੂਰਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਯਾਨੀ ਜਨਮ ਪਟਨਾ ਸਾਹਿਬ ਬਿਹਾਰ ਦੇ ਵਿੱਚ ਹੋਇਆ ਸੀ, ਜਿੱਥੇ ਹੁਣ ਗੁਰਦੁਆਰਾ ਤਖਤ ਪਟਨਾ ਸਾਹਿਬ ਹੈ। ਪ੍ਰਕਾਸ਼ ਦੇ ਸਮੇਂ ਪਿਤਾ ਗੁਰੂ ਤੇਗ ਬਹਾਦਰ ਜੀ ਮਾਨਵਤਾ ਦੇ ਕਲਿਆਣ ਦੇ ਲਈ ਅਸਾਮ ਗਏ ਹੋਏ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਿਤਾ ਦੇ ਨਾਲ ਮਿਲਨ ਜਨਮ ਤੋਂ ਕੋਈ ਕਰੀਬ 3.5 ਸਾਲ ਬਾਅਦ ਹੁੰਦਾ ਹੈ। ਆਪ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਗੁਜਰ ਕੌਰ ਸੀ। ਪਿਤਾ ਦੇ ਮਿਲਣ ਤੋਂ ਬਾਅਦ ਆਪ ਪਟਨਾ ਸਾਹਿਬ ਹੀ ਰਹੇ ਅਤੇ ਫਿਰ ਗੁਰੂ ਕਾ ਚੱਕ ਵਿੱਚ ਚਲੇ ਗਏ, ਜਿਸ ਜਗ੍ਹਾ ਨੂੰ ਹੁਣ ਸ਼੍ਰੀ ਅਨੰਦਪੁਰ ਸਾਹਿਬ ਕਿਹਾ ਜਾਂਦਾ ਹੈ। ਛੋਟੀ ਉਮਰ ਵਿੱਚ ਹੀ ਆਪ ਨੇ ਆਪਣੇ ਮਾਤਾ ਪਿਤਾ ਤੋਂ ਗੁਰਬਾਣੀ ਦੀ ਸਿੱਖਿਆ ਲਿੱਤੀ ਅਤੇ ਫਿਰ ਉਸ ਦੇ ਨਾਲ ਨਾਲ ਆਪ ਨੇ ਗੁਰਮੁਖੀ, ਫਾਰਸੀ, ਅਰਬੀ ਦੇ ਗਿਆਨ ਦੇ ਨਾਲ ਨਾਲ ਸ਼ਸਤਰ ਵਿੱਦਿਆ ਵੀ ਸਿੱਖੀ। ਆਪ ਜਦੋਂ 9 ਸਾਲ ਦੀ ਉਮਰ ਦੇ ਹੀ ਸੀ, ਉਸ ਵਕਤ ਆਪ ਜੀ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋ ਗਈ। ਗੁਰੂ ਤੇਗ ਬਹਾਦਰ ਜੀ ਨੇ ਮਾਨਵੀ ਅਧਿਕਾਰਾਂ ਅਤੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣੀ ਸ਼ਹੀਦੀ ਦੇ ਕੇ ਪੂਰੀ ਮਾਨਵਤਾ ਦੇ ਲਈ ਇੱਕ ਮਿਸਾਲ ਕਾਇਮ ਕਰ ਦਿੱਤੀ। ਸ਼ਹੀਦੀ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੂੰ ਛੋਟੀ ਜਿਹੀ ਉਮਰ ਦੇ ਵਿੱਚ ਹੀ ਗੁਰਤਾ ਗੱਦੀ ਦੇ ਦਿੱਤੀ ਗਈ। ਆਪ ਜੀ ਸ਼ਸਤਰ ਵਿੱਦਿਆ ਤੇ ਆਪ ਨੇ ਸਿੱਖੀ ਹੀ ਸੀ। ਆਪ ਜੀ ਨੇ ਇੱਕ ਨਗਾੜਾ ਵੀ ਤਿਆਰ ਕਰਵਾਇਆ, ਉਸ ਦਾ ਨਾਮ ਰੱਖਿਆ ਰਣਜੀਤ ਨਗਾੜਾ। ਰਣਜੀਤ ਨਗਾੜਾ ਬੁਰੇ ਕੰਮ ਉੱਤੇ ਅਨਿਆਏ ਕਰਨ ਵਾਲੇ ਲੋਕਾਂ ਵਾਸਤੇ ਇੱਕ ਸੰਦੇਸ਼ ਸੀ ਕਿ ਮਾਨਵਤਾ ਦੇ ਨਾਲ ਅਨਿਆਏ ਕਰਨ ਵਾਲੇ ਲੋਕੋ, ਅਨਿਆਏ ਕਰਨਾ ਅਤੇ ਜ਼ੁਲਮ ਕਰਨਾ ਛੋੜ ਦਿਓ, ਨਹੀਂ ਤਾਂ ਇਸ ਦਾ ਨਤੀਜਾ ਤੁਹਾਡੇ ਲਈ ਬੁਰਾ ਹੋ ਸਕਦਾ ਹੈ। ਇਸ ਨਗਾੜੇ ਦੇ ਨਾਲ ਨਾਲ ਲੋਕਾਂ ਦੇ ਵਿੱਚ ਵੀਰ ਰਸ ਭਰਨ ਦੇ ਲਈ ਗੁਰਬਾਣੀ ਦੀਆਂ ਵਾਰਾਂ ਤੇ ਗਾਈਆਂ ਹੀ ਜਾਂਦੀਆਂ ਸੀ। ਆਪ ਨੇ ਕਵਿਤਾਵਾਂ ਦੇ ਰਾਹੀਂ ਵੀ ਲੋਕਾਂ ਨੂੰ ਜਗਾਉਣਾ ਸ਼ੁਰੂ ਕੀਤਾ ਅਤੇ ਆਪਣੇ ਦਰਬਾਰ ਦੇ ਵਿੱਚ 52 ਕਵੀ ਰੱਖੇ। ਆਪ ਜੀ ਦਾ ਆਨੰਦ ਕਾਰਜ ਮਾਤਾ ਸੁੰਦਰੀ ਜੀ ਦੇ ਨਾਲ ਹੋਇਆ ਸੀ। 1687 ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ 1690 ਦੇ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਆਪ ਜੀ ਦੇ ਘਰ ਜਨਮ ਹੁੰਦਾ ਹੈ। ਆਪ ਜੀ ਦੇ ਪੁੱਤਰਾਂ ਨੇ
ਮਾਤਾ ਅਤੇ ਦਾਦੀ ਕੋਲੋਂ ਗੁਰਬਾਣੀ ਦੀ ਸਿੱਖਿਆ ਲਿੱਤੀ ਅਤੇ ਆਪ ਜੀ ਕੋਲੋਂ ਸ਼ਸਤਰ ਵਿਦਿਆ। ਅਤੇ ਉਸ ਤੋਂ ਬਾਅਦ 1696 ਵਿੱਚ ਸਾਹਿਬਜ਼ਾਦਾ ਫਤਿਹ ਸਿੰਘ ਜੀ ਅਤੇ 1698 ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦਾ ਜਨਮ ਆਪ ਜੀ ਦੇ ਘਰ ਹੁੰਦਾ ਹੈ। ਆਪ ਜੀ ਨੇ ਸਿੱਖਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ। ਆਪ ਜੀ ਨੇ ਸਿੱਖਾਂ ਵਿੱਚ ਵੀਰ ਰਸ ਭਰਨ ਦੇ ਲਈ ਹੋਲਾ ਮਹੱਲਾ ਦਿਨ ਵੀ ਚੁਣਿਆ। ਇਸ ਦਿਨ ਗੱਤਕਾ, ਘੁੜਸਵਾਰੀ ਅਤੇ ਸ਼ਸਤਰ ਵਿਦਿਆ ਦੇ ਖੇਲ ਖੇਲੇ ਜਾਣ ਲੱਗ ਗਏ। ਪਹਾੜੀ ਰਾਜਿਆਂ ਨੇ ਆਪ ਜੀ ਉੱਪਰ ਔਰ ਆਪ ਦੇ ਸਿੰਘਾਂ ਦੇ ਉੱਪਰ ਕਈ ਹਮਲੇ ਕੀਤੇ, ਪਰ ਉਹ ਸਾਰੇ ਮਿਲ ਕੇ ਵੀ ਆਪ ਨੂੰ ਨਾ ਹਰਾ ਸਕੇ। ਆਪ ਜੀ ਦੇ ਵੱਡੇ ਦੋਨੋਂ ਸਾਹਿਬਜ਼ਾਦੇ ਵੀ ਹੁਣ ਜਵਾਨ ਹੋ ਕੇ ਜੰਗਾਂ ਦੇ ਵਿੱਚ ਜਾਣ ਲੱਗ ਗਏ ਸੀ। ਚਮਕੌਰ ਦੀ ਗੜੀ ਦੇ ਵਿੱਚ ਲੜੀ ਗਈ ਇੱਕ ਇਤਿਹਾਸਿਕ ਜੰਗ ਦੇ ਵਿੱਚ ਆਪ ਜੀ ਦੇ ਦੋ ਵੱਡੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ ਅਤੇ ਆਪ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਬੜੀ ਬੇਦਰਦੀ ਦੇ ਨਾਲ ਜਿੰਦਾ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਅਤੇ ਉਪਰੰਤ ਆਪ ਜੀ ਦੀ ਮਾਤਾ ਗੁਜਰ ਕੌਰ ਜੀ ਵੀ ਸ਼ਹੀਦੀ ਪਾ ਗਏ। ਸਰਬੰਸਦਾਨੀ ਦੇ ਨਾਮ ਤੋਂ ਹੁਣ ਆਪ ਜੀ ਨੂੰ ਜਾਣਨ ਲੱਗ ਗਏ ਸਾਰੇ ਲੋਕ। ਇਸ ਤੋਂ ਬਾਅਦ ਆਪ ਨੇ ਮੁਕਤਸਰ ਦੀ ਲੜਾਈ ਵੀ ਲੜੀ। ਇਹਨਾਂ ਦਿਨਾਂ ਵਿੱਚ ਆਪ ਨੇ ਔਰੰਗਜ਼ੇਬ ਨੂੰ ਇੱਕ ਖਤ ਲਿਖਿਆ ਜਿਸ ਨੂੰ ਜ਼ਫਰਨਾਮੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਨਵਰੀ 1706 ਦੇ ਵਿੱਚ ਆਪ ਦਮਦਮਾ ਸਾਹਿਬ ਪਹੁੰਚੇ ਅਤੇ ਆਪ ਨੇ ਉੱਥੇ ਸਮੇਂ ਦੀ ਚਾਲ ਨੂੰ ਵੇਖਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਿਲ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਰੂਪ ਦੇ ਦਿੱਤਾ। ਆਪ ਜੀ ਦੇ ਮਨ ਦੇ ਵਿੱਚ ਕਿਸੇ ਦੇ ਖਿਲਾਫ ਕੋਈ ਵੀ ਨਫ਼ਰਤ ਨਹੀਂ ਸੀ। 1707 ਵਿੱਚ ਫਿਰ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ ਅਤੇ ਗੱਦੀ ਨੂੰ ਲੈ ਕੇ ਉਸ ਦੇ ਬੇਟਿਆਂ ਵਿੱਚ ਜੰਗ ਛਿੜ ਜਾਂਦੀ ਹੈ। ਗੱਦੀ ਨੂੰ ਸਹੀ ਹੱਥਾਂ ਵਿੱਚ ਦੇਣ ਦਾ ਕਾਰਜ ਆਪ ਨੇ ਕੀਤਾ ਅਤੇ ਬਹਾਦਰ ਸ਼ਾਹ ਜੋ ਔਰੰਗਜ਼ੇਬ ਦਾ ਬੇਟਾ ਸੀ ਉਸ ਨੂੰ ਗੱਦੀ 'ਤੇ ਬਿਠਾਇਆ। ਸਤੰਬਰ 1708 ਵਿੱਚ ਆਪ ਜੀ ਦਾ ਮਿਲਣ ਜਦੋਂ ਮਾਧੋਦਾਸ ਬੈਰਾਗੀ ਦੇ ਨਾਲ ਹੁੰਦਾ ਹੈ। ਜਦੋਂ ਉਹ ਆਪ ਨੂੰ ਮਿਲਦਾ ਹੈ ਤਾਂ ਆਪ ਨੂੰ ਮਿਲ ਕੇ ਉਹ ਸਿੱਖ ਬਣ ਜਾਂਦਾ ਹੈ ਅਤੇ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣਨ ਲੱਗ ਜਾਂਦਾ ਹੈ। ਬੰਦਾ ਸਿੰਘ ਬਹਾਦਰ ਨੂੰ ਆਪ ਨੇ ਇੱਕ ਬਹੁਤ ਹੀ ਮਹਾਨ ਕੰਮ ਦਿੱਤਾ। ਆਪ ਨੇ ਕਿਹਾ ਕਿ ਆਪਣੀ ਤਾਕਤ ਦਾ ਸਹੀ ਇਸਤੇਮਾਲ ਕਰੋ ਅਤੇ ਬੁਰਾਈ ਦਾ ਖਾਤਮਾ ਕਰੋ। ਆਪ ਜੀ ਨੇ ਉਸ ਨੂੰ 5 ਤੀਰ ਦਿੱਤੇ, ਨਗਾੜਾ ਦਿੱਤਾ, ਨਿਸ਼ਾਨ ਸਾਹਿਬ ਅਤੇ ਕੁਝ ਗੁਰੂ ਕੇ ਸਿੰਘ ਦਿੱਤੇ ਅਤੇ ਪੰਜਾਬ ਦੀ ਤਰਫ ਭੇਜ ਦਿੱਤਾ। ਅਕਤੂਬਰ 1708 ਵਿੱਚ ਆਪ ਜੀ ਨੇ ਫਿਰ ਪੂਰੇ ਖਾਲਸਾ ਪੰਥ ਨੂੰ ਇਕੱਠਾ ਕੀਤਾ ਔਰ ਹੁਕਮ ਕੀਤਾ ਕਿ ਇਹ ਗੁਰੂ ਕੇ ਸਿੱਖੋ, ਅੱਜ ਤੋਂ ਬਾਅਦ ਦੇਹਧਾਰੀ ਗੁਰੂ ਦੀ ਪਰੰਪਰਾ ਜੋ ਹੈ ਉਹ ਖਤਮ ਹੁੰਦੀ ਹੈ। ਅੱਜ ਤੋਂ ਸਾਡੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹੋਣਗੇ।
ਤੁਸੀਂ ਆਪਣੇ ਸਾਰੇ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਅੱਗੇ ਰੱਖ ਕੇ ਹੁਣ ਕਰਨੇ ਨੇ। ਸੰਗਤ ਜੀ, ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਲਾਈਫ ਹਿਸਟਰੀ, ਜਿਸ ਨੂੰ ਅਸੀਂ ਕੇਵਲ ਸੰਖੇਪ ਵਿੱਚ ਹੀ ਅੱਜ ਜਾਣ ਪਾਏ ਹਾਂ। ਕਦੇ ਸਮਾਂ ਮਿਲਿਆ ਤਾਂ ਇੱਕ ਇੱਕ ਕਰਕੇ ਆਪ ਜੀ ਦੇ ਜੀਵਨ ਦੇ ਨਾਲ ਸੰਬੰਧ ਰੱਖਣ ਵਾਲੀਆਂ ਘਟਨਾਵਾਂ ਨੂੰ ਅਸੀਂ ਵਿਸਤਾਰ ਨਾਲ ਜ਼ਰੂਰ ਜਾਣਾਂਗੇ। ਆਪ ਜੀ ਦੇ ਪ੍ਰਕਾਸ਼ ਪੁਰਬ ਦੀਆਂ ਗੁਰੂ ਕੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈਆਂ ਜੀ। ਅੱਜ ਦੀ ਵਿਚਾਰ ਦੇ ਵਿੱਚ ਹੋਈਆਂ ਭੁੱਲਾਂ ਨੂੰ ਸੰਗਤ ਮਾਫ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।